Next part 2, refreshments were served after the concert। ਹੁਣ ਕਨਸਰਟ ਜਾਂ ਕੋਈ ਵੀ ਫੰਕਸ਼ਨ ਹੁੰਦਾ ਉਸ ਤੋਂ ਬਾਅਦ ਖਾਣ ਪੀਣ ਦਾ ਪ੍ਰੋਗਰਾਮ ਤਾਂ ਹੁੰਦਾ ਹੀ ਹੈ, ਤਾਂ ਉੱਥੇ ਰਿਫਰੈਸ਼ਮੈਂਟ ਹੋ ਰਹੀ ਸੀ, ਸਭ ਖਾ ਪੀ ਰਹੇ ਸੀ। ਬਟ ਫਿਲਿਪ ਵਾਸ ਟੂ ਬਿਜ਼ੀ ਟੂ ਹੈਵ ਐਨੀ। ਬਿਜ਼ੀ ਕਿਸ ਚੀਜ਼ 'ਚ ਸੀ? ਉਹ ਆਪਣੀ ਉਦਾਸੀ 'ਚ। ਉਹ ਇੰਨਾ ਆਪਣੀ ਉਦਾਸੀ 'ਚ ਖੋ ਗਿਆ ਸੀ ਕਿ ਉਹ ਕੁਝ ਨਹੀਂ ਸੀ ਖਾ ਰਿਹਾ। ਹੀ ਮਿੰਗਲਡ ਵਿਦ ਦ ਕਰਾਊਡ, ਭੀੜ 'ਚ ਲੁਕੀ ਜਾ ਰਿਹਾ ਸੀ ਕਿਉਂਕਿ ਉਹ ਫੇਸ ਨਹੀਂ ਸੀ ਕਰ ਪਾ ਰਿਹਾ ਲੋਕਾਂ ਨੂੰ। ਤਾਂ ਉਹ ਜਿੱਥੇ ਕਾਫੀ ਸਾਰੇ ਲੋਕ ਹੁੰਦੇ ਉੱਥੇ ਜੇ ਲੁਕ ਜਾਂਦਾ ਜਾ ਕੇ। ਸਭ ਤੋਂ ਜ਼ਿਆਦਾ ਉਹ ਕਿਹਨੂੰ ਅਵੋਇਡ ਕਰ ਰਿਹਾ ਸੀ? ਮਿਸਟਰ ਐਸਪਿਊਟਾ ਨੂੰ। ਉਸਨੂੰ ਆਪਣੇ ਮਿਊਜ਼ਿਕ ਟੀਚਰ ਤੋਂ ਡਰ ਲੱਗ ਰਿਹਾ ਸੀ। ਆਫਟਰ ਅ ਵਿਸਫੁਲ ਲੁੱਕ ਐਟ ਦਾ ਆਈਸਕ੍ਰੀਮ, ਪਰ ਬੱਚਾ ਉਸਦਾ ਜੀ ਕਰਿਆ ਕਿ ਆਈਸਕ੍ਰੀਮ ਖਾ ਲਾਂ। ਫਿਲਿਪ ਵਾਜ਼ ਅਬਾਊਟ ਟੂ ਸਲਿੰਕ, ਉਹ ਲੈਣ ਹੀ ਲੱਗਾ ਸੀ ਆਈਸਕ੍ਰੀਮ ਤੇ ਉਸਦੇ ਪਿੱਛੋਂ ਆਵਾਜ਼ ਆਈ, ਬਹੁਤ ਨਾਰਾਜ਼ਗੀ ਭਰੀ। ਵੈਲ ਫਿਲਿਪ, ਯੂ ਮੇਡ ਅ ਨਾਈਸ ਮੈਸ ਆਫ ਇਟ। ਤੂੰ ਤਾਂ ਬੜਾ ਸਟੇਜ ਦੇ ਉੱਤੇ ਖਰਾਬ ਕਰਤਾ ਸਾਰਾ ਕੰਮ। ਫਿਲਿਪ ਟਰਨਡ ਐਂਡ ਫਾਊਂਡ ਹਿਮਸੈਲਫ ਫੇਸ ਟੂ ਫੇਸ ਵਿਦ ਦ ਗਲੋਰਿੰਗ ਟੀਚਰ। ਫਿਲਿਪ ਨੇ ਦੇਖਿਆ ਕਿ ਉਸਦੇ ਸਾਹਮਣੇ ਫੇਸ ਟੂ ਫੇਸ ਕੌਣ ਖੜੇ ਸੀ? ਉਸਦੇ ਨਾਰਾਜ਼ ਟੀਚਰ ਖੜੇ ਸੀ। ਵਿਦ ਨੋ ਸਿੰਪਥੀ ਫॉर ਪੂਅਰ ਫਿਲਿਪ। ਤਾਂ ਮਿਊਜ਼ਿਕ ਟੀਚਰ ਦੇ ਅੱਖਾਂ ਦੇ ਵਿੱਚ, ਉਹਨਾਂ ਦੇ ਚਿਹਰੇ ਤੇ ਉਸਦੇ ਲਈ ਕੋਈ ਹਮਦਰਦੀ ਨਹੀਂ ਸੀ। ਮਿਸਟਰ ਐਸਪਿਊਟਾ, ਮਿਸਟਰ ਐਸਪਿਊਟਾ ਕੌਣ ਹੈ? ਮਿਊਜ਼ਿਕ ਟੀਚਰ। ਕੰਟੀਨਿਊਡ ਅਨਰੀਜ਼ਨੇਬਲੀ, ਬਹੁਤ ਹੀ ਗਲਤ ਤਰੀਕੇ ਨਾਲ ਉਹਨਾਂ ਨੇ ਇਹ ਗੱਲ ਕਹੀ। ਨੋ ਰਿਫਰੈਸ਼ਮੈਂਟ ਫॉर ਯੂ, ਅੱਜ ਤੂੰ ਕੁਝ ਨਹੀਂ ਖਾਏਗਾ। ਯੂ ਸ਼ੁੱਡ ਨਾਟ ਹੈਵ ਸਪੈਂਟ ਦ ਡੇ ਪਲੇਇੰਗ ਬਾਲ। ਤੈਨੂੰ ਸਾਰਾ ਦਿਨ ਬੇਸਬਾਲ ਖੇਲ ਕੇ ਆਪਣਾ ਦਿਨ ਨਹੀਂ ਬਿਤਾਉਣਾ ਚਾਹੀਦਾ ਸੀ। ਯੂ ਸ਼ੁੱਡ ਹੈਵ ਬੀਨ ਪ੍ਰੀਪੇਅਰਿੰਗ ਫॉर ਦ ਇੰਪੋਰਟੈਂਟ ਵਰਕ। ਉਸ ਦਿਨ ਸ਼ਾਮ ਦੇ ਮਹੱਤਵਪੂਰਨ ਕਨਸਰਟ ਦੀ ਤੂੰ ਤਿਆਰੀ ਕਰਨੀ ਸੀ। ਯੂ ਆਟ ਟੂ ਬੀ ਅਸ਼ੇਮਡ, ਤੈਨੂੰ ਸ਼ਰਮ ਆਣੀ ਚਾਹੀਦੀ ਹੈ। ਕਿਉਂਕਿ ਉਹ ਇੱਕ 11 ਸਾਲ ਦਾ ਬੱਚਾ ਸੀ ਬੇਟੇ, ਇਸ ਲਈ ਉਹਦਾ ਖੇਡਣ 'ਚ ਮਨ ਲੱਗ ਗਿਆ। ਉਹ ਕਿਹੜਾ ਕੋਈ ਵੱਡਾ ਇਨਸਾਨ ਸੀ। ਫਿਲਿਪ ਹੰਗ ਹਿਜ਼ ਹੈਡ, ਉਸਨੇ ਆਪਣਾ ਸਿਰ ਝੁਕਾ ਲਿਆ ਨਮੋਸ਼ੀ ਨਾਲ। ਸਾਈਡ ਹੈਵੀਲੀ, ਔਖੇ ਔਖੇ ਸਾਹ ਲੈਣ ਲੱਗ ਗਿਆ। ਐਂਡ ਟਰੱਸਡ ਹੋਮ, ਤੇ ਘਰ ਭੱਜ ਗਿਆ। ਦ ਇੰਸੀਡੈਂਟ ਲੈਫਟ ਐਨ ਇੰਪ੍ਰੈਸ਼ਨ ਔਨ ਹਿਮ। ਇਸ ਸਾਰੀ ਘਟਨਾ ਦਾ ਉਸਦੇ ਦਿਮਾਗ ਤੇ ਇੱਕ ਛਾਪ ਰਹਿ ਗਈ। ਆਲਵੇਜ਼ ਰਿਮੈਂਬਰਡ, ਹਰ ਟਾਈਮ ਉਸਨੂੰ ਇਹ ਦੁੱਖ ਭਰਾ ਟਾਈਮ ਯਾਦ ਆਉਂਦਾ। ਹੀ ਨੈਵਰ ਅਗੇਨ ਟਰਾਈ ਟੂ ਮਿਕਸ ਵਰਕ ਐਂਡ ਪਲੇ। ਉਸ ਦਿਨ ਉਹਨੇ ਇੱਕ ਕਸਮ ਖਾਈ ਕਿ ਮੈਂ ਕਦੇ ਵੀ ਕੰਮ ਅਤੇ ਖੇਡ ਨੂੰ ਮਿਕਸ ਨਹੀਂ ਕਰੂੰਗਾ। ਸਿਆਣਾ ਬਣ ਗਿਆ ਉਸ ਦਿਨ ਤੋਂ ਬਾਅਦ। ਨੈਕਸਟ ਥਿੰਗ, ਬਟ that was not the last time he got into trouble। ਇੱਕ ਵਾਰ ਫੇਰ ਟਰਬਲ ਹੋਈ। when he was 12, ਹੁਣ ਜਦੋਂ ਉਸਦੀ ਉਮਰ 12 ਸਾਲ ਦੀ। ਜਿਹੜੀ ਮੈਂ ਪਿਛਲੀ ਘਟਨਾ ਸੁਣਾਈ ਆ ਬੇਟੇ, ਉਦੋਂ ਉਹਦੀ ਉਮਰ ਕਿੰਨੀ ਸੀ? 11 ਸਾਲ। ਹੁਣ ਉਸਦੀ ਉਮਰ ਕਿੰਨੀ ਹੈ? 12 ਸਾਲ। both he and his teacher were feeling tired and cross। ਹੁਣ ਉਹ ਤੇ ਉਸਦੇ ਟੀਚਰ ਦੇ ਵਿੱਚ ਨਾ ਇੱਕ ਠਨਾ ਠਨੀ ਜੀ ਚੱਲਣੀ ਸ਼ੁਰੂ ਹੋ ਗਈ, ਕਿਉਂਕਿ ਉਹ ਇੱਕ ਟੈਲੈਂਟਡ ਬੱਚਾ ਵੀ ਸੀ, ਇਸ ਲਈ ਉਹ ਤੋਂ ਜ਼ਿਆਦਾ ਸੁਣਿਆ ਵੀ ਨਹੀਂ ਸੀ ਜਾਂਦਾ। ਫਿਲਿਪ ਰਿਟਰਨਡ ਹੋਮ ਕਨਵਿੰਸਡ that he no longer wanted to take music lessons। ਤਾਂ ਉਸ ਦਿਨ ਉਹ ਅਪਸੈਟ ਹੋ ਕੇ ਘਰ ਮੁੜਿਆ ਤੇ ਉਹਨੇ ਆਪਣੇ ਮਨ 'ਚ ਇਰਾਦਾ ਕਰ ਲਿਆ ਕਿ ਮੈਂ ਹੁਣ ਮਿਊਜ਼ਿਕ ਲੈਸਨ ਲੈਣੇ ਹੀ ਨਹੀਂ। ਹੀ ਡਿਸਕਸ ਦਾ ਮੈਟਰ ਵਿਦ ਹਿਜ਼ ਫਾਦਰ। ਆਪਣੇ ਪਿਤਾ ਨਾਲ ਉਸਨੇ ਗੱਲ ਕੀਤੀ। ਤਾਂ ਉਸਦੇ ਪਿਤਾ ਜੀ ਕੀ ਕਹਿੰਦੇ ਨੇ? ਵੈਲ, ਬੜੇ ਪਿਆਰ ਨਾਲ ਉਹ ਉਸਨੂੰ ਕਹਿੰਦੇ ਨੇ, ਇਟ ਸੀਮ ਦੈਟ ਯੂ ਡੋਂਟ ਵਾਂਟ ਟੂ ਬੀ ਅ ਮਿਊਜ਼ੀਸ਼ੀਅਨ। ਤੇਰੀਆਂ ਗੱਲਾਂ ਤੋਂ ਇਹ ਲੱਗ ਰਿਹਾ ਕਿ ਹੁਣ ਤੂੰ ਸੰਗੀਤਕਾਰ ਨਹੀਂ ਬਣਨਾ ਚਾਹੁੰਦਾ। ਇਜ਼ ਦੇयर ਐਨੀਥਿੰਗ ਐਲਸ ਦੈਟ ਯੂ ਵੁਡ ਪ੍ਰੈਫਰ ਟੂ ਬੀ। ਅਗਰ ਮਿਊਜ਼ੀਸ਼ੀਅਨ ਨਹੀਂ ਬਣਨਾ ਤਾਂ ਕੋਈ ਹੋਰ ਚੀਜ਼ ਹੈ ਕਿ ਜੋ ਤੂੰ ਬਣਨਾ ਚਾਹੁੰਦਾ ਹੈ? ਯੈਸ ਸੈਡ ਫਿਲਿਪ, ਆਈ ਵਾਂਟ ਟੂ ਬੀ ਅ ਬੇਕਰ। ਹਾਂਜੀ ਹਾਂ, ਮੈਂ ਤਾਂ ਬੇਕਰ ਬਣਨਾ ਚਾਹੁੰਦਾ। ਬੇਕਰ ਕੌਣ ਹੁੰਦਾ ਬੇਟਾ? ਤੁਸੀਂ ਦੇਖਿਆ ਛੋਟੇ ਛੋਟੇ ਬੇਕਰੀ ਹਾਊਸਿਸ ਹੁੰਦੇ ਜਿੱਥੇ ਬ੍ਰੈਡਸ ਬਣਦੀਆਂ ਨੇ, ਬਿਸਕਿਟ ਬਣਵਾਉਂਦੇ ਆ ਜਿੱਥੋਂ ਆਪਾਂ, ਉਹ ਹੁੰਦੀ ਹੈ ਬੇਕਰੀ। ਜਿਹੜੇ ਉਹ ਬ੍ਰੈਡ ਤੇ ਬਿਸਕਿਟ ਬਣਾਉਂਦੇ ਆ ਉਹਨਾਂ ਨੂੰ ਕੀ ਕਹਿੰਦੇ ਆ? ਬੇਕਰ। ਤਾਂ ਕਿੱਥੇ ਮਿਊਜ਼ਿਕ, ਕਿੱਥੇ ਬੇਕਰੀ। ਲੇਕਿਨ ਫਿਲਿਪ ਚਾਹੁੰਦਾ ਸੀ ਕਿ ਉਹ ਇਹੋ ਜਿਹਾ ਕੰਮ ਕਰੇ ਜਿੱਥੇ ਉਹਨੂੰ ਮਿਊਜ਼ਿਕ ਦੀ ਯਾਦ ਹੀ ਨਾ ਆਏ, ਕਿਉਂਕਿ ਇਹ ਘਟਨਾ ਉਸਨੂੰ ਬਹੁਤ ਪਰੇਸ਼ਾਨ ਕਰਦੀ ਸੀ। ਤੁਸੀਂ ਵੀ ਦੇਖਿਆ ਹੋਣਾ ਕਿ ਜਦੋਂ ਤੁਹਾਡੀ ਜ਼ਿੰਦਗੀ 'ਚ ਕੋਈ ਬਹੁਤ ਹੀ ਦੁੱਖ ਭਰਿਆ ਜਾਂ ਇਨਸਲਟ ਭਰਿਆ ਅਨੁਭਵ ਹੁੰਦਾ ਹੈ, ਤੁਹਾਨੂੰ ਵਾਰੀ ਵਾਰੀ ਉਹ ਯਾਦ ਆਈ ਜਾਂਦਾ ਤੇ ਤੁਹਾਡਾ ਦਿਲ ਚਾਹੁੰਦਾ ਕਿ ਮੈਂ ਇਹਨੂੰ ਭੁੱਲ ਜਾ, ਪਰ ਤੁਸੀਂ ਭੁੱਲ ਨਹੀਂ ਪਾਉਂਦੇ। ਇਸ ਲਈ ਉਹ ਚਾਹ ਰਿਹਾ ਕਿ ਮੈਂ ਇਸ ਚੀਜ਼ ਨੂੰ ਭੁੱਲ ਜਾ, ਇਸ ਬੇਇੱਜ਼ਤੀ ਨੂੰ, ਪਰ ਉਹ ਭੁੱਲ ਨਹੀਂ ਪਾ ਰਿਹਾ। ਤਾਂ ਉਹ ਕੀ ਕਰਦਾ ਹੈ? ਉਹ ਚਾਹੁੰਦਾ ਕਿ ਮੈਂ ਬੇਕਰੀ ਜੁਆਇਨ ਕਰ ਲਾਂ ਜਿੱਥੇ ਮੈਨੂੰ ਮਿਊਜ਼ਿਕ ਯਾਦ ਹੀ ਨਾ ਆਵੇ। ਮਿਸਟਰ ਸੋਸਾ's eyebrow flew up। ਉਹਨਾਂ ਦੇ ਭਰਵੱਟੇ ਚੱਕੇ ਗਏ ਉਸਦੇ ਪਿਤਾ ਜੀ ਦੇ। ਉਹ ਕੀ ਕਹਿੰਦੇ? ਬੇਕਰ? ਤੂੰ ਬੇਕਰ ਬਣਨਾ? ਯੈਸ ਅ ਬੇਕਰ, ਫਿਲਿਪ ਆਂਸਰਡ ਫਰਮਲੀ। ਫਰਮਲੀ ਹੁੰਦਾ ਪੂਰੇ ਦ੍ਰਿੜ ਨਿਸ਼ਚੈ ਨਾਲ। ਫਿਲਿਪ ਨੇ ਜਵਾਬ ਦਿੱਤਾ, ਹਾਂਜੀ ਮੈਂ ਤਾਂ ਬੇਕਰ ਬਣਨਾ।
If that's what you want, I will see that what I can do for you. ਮੈਂ ਜੇ ਹੁਣ ਤੂੰ ਪੱਕਾ ਇਰਾਦਾ ਕਰ ਹੀ ਲਿਆ ਤਾਂ ਮੈਂ ਦੇਖਦਾ ਮੈਂ ਤੇਰੇ ਲਈ ਕੀ ਕਰ ਸਕਦਾ। ਇਹ ਕੌਣ ਕਹਿ ਰਿਹਾ? ਉਸਦੇ ਫਾਦਰ। I will go and attend it right away and he went out of the home। ਮੈਂ ਪਤਾ ਕਰਕੇ ਆਉਣਾ ਬੇਕਰੀ ਦਾ ਤੇਰੇ ਵਾਸਤੇ। Soon Mr. Sosa came back। ਜਲਦੀ ਵਾਪਸ ਆ ਗਏ। Well son, ਆ ਕੇ ਦੱਸਦੇ ਨੇ ਬੇਟਾ, I have been talking to Charlie। ਮੈਂ ਚਾਰਲੀ ਨਾਲ ਗੱਲ ਕੀਤੀ ਹੈ। The baker। ਚਾਰਲੀ ਜਿਹੜਾ ਕਿ ਬੇਕਰ ਹੈ। ਬੇਟੇ ਕਈ ਵਾਰ ਤੁਹਾਨੂੰ ਪੇਪਰ 'ਚ ਕੁਐਸਚਨ ਆਉਂਦਾ ਹੈ, what was the name of the baker? The name of the baker was Charlie। ਜਿਹਦੀ ਉੱਥੇ ਸ਼ਾਪ ਹੈ ਬੇਕਰੀ ਦੀ, ਬੇਕਰ, ਉਹਦਾ ਨਾਮ ਕੀ ਹੈ? ਚਾਰਲੀ। ਤਾਂ ਉਸਦੇ ਪਿਤਾ ਜੀ ਕਹਿੰਦੇ ਮੈਂ ਚਾਰਲੀ ਨਾਲ ਗੱਲ ਕਰ ਲਈ। His shop is a few blocks away। ਉਸ ਦੀ ਜਿਹੜੀ ਦੁਕਾਨ ਹੈ ਉਹ ਥੋੜੀ ਹੀ ਦੂਰ ਹੈ। And he will be glad to teach you how to bake breads and pies। ਤਾਂ ਉਹ ਕਹਿੰਦਾ ਮੈਨੂੰ ਬਹੁਤ ਖੁਸ਼ੀ ਹੋਊਗੀ ਤੁਹਾਡੇ ਬੇਟੇ ਨੂੰ ਬ੍ਰੈਡ ਤੇ ਪਾਈਜ਼ ਕਿਵੇਂ ਬੇਕ ਕਰੀ ਦੀਆਂ ਸਿਖਾਉਣ ਦੇ ਵਿੱਚ। ਹੁਣ ਕੀ ਹੋ ਗਿਆ? ਫਿਲਿਪ ਦਾ ਇਹ ਇਰਾਦਾ, ਉਸਦੇ ਪਿਤਾ ਨੇ ਉਹਦੇ ਨਾਲ ਕੋਈ ਜ਼ਬਰਦਸਤੀ ਨਹੀਂ ਕੀਤੀ, ਬਲਕਿ ਫਿਲਿਪ ਨੂੰ ਕਿਹਾ ਕਿ ਠੀਕ ਹੈ। ਤਾਂ ਹੁਣ ਜਦੋਂ ਪਿਤਾ ਕਹਿੰਦੇ ਨੇ ਕਿ ਉੱਥੇ ਜੁਆਇਨ ਕਰ ਲੈ, ਹੀ ਸੈਡ ਗੁੱਡ ਵਿਦ ਲਿਟਲ ਐਂਥੂਜ਼ੀਆਜ਼ਮ। ਐਂਥੂਜ਼ੀਆਜ਼ਮ ਕੀ ਹੁੰਦਾ ਬੇਟੇ? ਜੋਸ਼। ਤਾਂ ਜਦੋਂ ਹੀ ਉਸਦੇ ਪਿਤਾ ਜੀ ਉਹਨੂੰ ਕਹਿੰਦੇ ਨੇ ਵੀ ਲੈ ਬਈ ਤੂੰ ਬੇਕਰ ਬਣਨਾ ਚਾਹੁੰਦਾ ਸੀ, ਤੇਰੀ ਬੇਕਰੀ 'ਚ ਮੈਂ ਗੱਲ ਕਰਿਆ, ਕੱਲ ਤੋਂ ਚਲਾ ਜਾਏ, ਬਿਨਾਂ ਕਿਸੇ ਖੁਸ਼ੀ ਤੇ ਜੋਸ਼ ਦੇ ਫਿਲਿਪ ਕੀ ਕਹਿੰਦਾ? ਠੀਕ ਹੈ, ਵਧੀਆ ਕੀਤਾ। ਮਿਸਟਰ ਸੋਸਾ ਪੁੱਟ ਹਿਜ਼ ਹੈਂਡ ਔਨ ਫਿਲਿਪਸ ਸ਼ੋਲਡਰ। ਉਸਦੇ ਪਿਤਾ ਜੀ ਨੇ ਜਿਹੜੇ ਮਿਸਟਰ ਸੋਸਾ, ਉਹਨਾਂ ਨੇ ਆਪਣਾ ਹੱਥ ਫਿਲਿਪ ਦੇ ਮੋਢੇ ਤੇ ਰੱਖਿਆ। ਐਂਡ ਕੰਟੀਨਿਊਡ ਮੋਰ ਸੀਰੀਅਸਲੀ, ਤੇ ਬੜੀ ਗੰਭੀਰਤਾ ਨਾਲ ਜਵਾਬ ਦਿੱਤਾ, ਫਿਲਿਪ, I have noticed that bakers are not always well educated। ਮੈਂ ਦੇਖਿਆ ਕਿ ਬੇਕਰਜ਼ ਆਮ ਤੌਰ ਤੇ ਪੜ੍ਹੇ ਲਿਖੇ ਨਹੀਂ ਹੁੰਦੇ। I believe that it would be profitable for you। ਮੈਂ ਮੰਨਦਾ ਕਿ ਤੇਰਾ ਬਹੁਤ ਫਾਇਦਾ ਹੋਊਗਾ ਅਗਰ ਤੂੰ ਇੱਕ ਕੰਮ ਕਰ ਲਏ। ਕੀ ਕੰਮ ਕਰ ਲਏ? To educate yourself। ਤੂੰ ਸਿੱਖਿਆ ਜ਼ਰੂਰ ਲੈ ਲੈ, ਪੜ੍ਹਾਈ ਜ਼ਰੂਰ ਹਾਸਿਲ ਕਰ। ਇਹ ਨਹੀਂ ਕਿ ਤੂੰ ਪੜ੍ਹਾਈ ਛੱਡ ਕੇ ਬੇਕਰ ਬਣ ਜਾ, ਨਾਲ ਨਾਲ ਪੜ੍ਹਨਾ ਜਾਰੀ ਰੱਖੀ। Perhaps you will then be more successful in your business। ਹੋ ਸਕਦਾ ਤੇਰੇ ਬੇਕਰੀ ਦੇ ਬਿਜ਼ਨਸ ਤੋਂ ਇਸ ਤੋਂ ਵੀ ਜ਼ਿਆਦਾ ਸਫਲ ਹੋ ਜਾਏ। For this reason I must insist that you keep on with your with your education even though you stop taking your music lessons। ਚੱਲ ਠੀਕ ਹੈ, ਮਿਊਜ਼ਿਕ ਲੈਸਨ ਤਾਂ ਤੂੰ ਛੱਡਣੇ ਆ ਛੱਡ ਦੇ, ਪਰ ਸਕੂਲ ਨਾ ਛੱਡੀ। ਸਕੂਲ ਤਾਂ ਆਪਣਾ ਲਈ ਚੱਲ, ਕਲਾਸਾਂ ਲਗਾਈ ਚੱਲ। ਸੋ ਬੇਕਰੀ ਦਾ ਕੰਮ ਤੈਨੂੰ ਕਦੋਂ ਕਰਨ ਨੂੰ ਮਿਲੂਗਾ? ਅਗਰ ਉਹ ਸਵੇਰੇ ਸਕੂਲ ਲਗਾਊਗਾ ਤਾਂ ਬੇਟੇ ਇਹਦਾ ਮਤਲਬ ਹੈ ਉਹ ਬੇਕਰੀ ਦਾ ਕੰਮ ਕਦੋਂ ਕਰੂਗਾ? ਈਵਨਿੰਗ ਐਂਡ ਨਾਈਟ। ਸ਼ਾਮ ਨੂੰ ਜਾਊਗਾ, ਨਾਈਟ ਡਿਊਟੀ ਦਊਗਾ। ਅਸੀਂ ਇਹੀ ਰੂਲ ਹੈ ਨਾ, ਜਾਂ ਤਾਂ ਤੁਸੀਂ ਸਵੇਰੇ ਜਾਓ ਦੁਪਹਿਰ ਬਾਅਦ ਤੱਕ ਡਿਊਟੀ ਕਰੋ, ਜਾਂ ਤੁਸੀਂ ਸ਼ਾਮ ਨੂੰ ਜਾਓ ਤੇ ਅਰਲੀ ਮਾਰਨਿੰਗ ਤੱਕ ਡਿਊਟੀ ਕਰੋ। ਤਾਂ ਉਹ ਕਹਿੰਦੇ ਕਿ ਤੈਨੂੰ ਬੇਕਰ ਬਣਾ ਦਿੰਦੇ ਆ ਉੱਥੇ। ਚਲੋ, ਫਿਲਿਪ ਵਿਲਿੰਗਲੀ ਅਗਰੀਡ। ਜਦੋਂ ਉਸਦੇ ਪਿਤਾ ਨੇ ਕਿਹਾ ਕਿ ਤੂੰ ਸਕੂਲ ਨਾ ਆਪਣਾ ਛੱਡੀ, ਫਿਲਿਪ ਕਹਿੰਦਾ ਠੀਕ ਹੈ, ਸਕੂਲ ਤਾਂ ਮੈਂ ਪੜ੍ਹੀ ਜਾਊਂਗਾ ਤੇ ਮੈਂ ਪੇਪਰ ਵੀ ਦੇਈ ਜਾਊਂਗਾ। ਐਟ 8:30 ਦੈਟ ਈਵਨਿੰਗ। ਉਸ ਸ਼ਾਮ ਦੀ ਗੱਲ ਹੈ। ਕਦੋਂ ਦੀ ਗੱਲ ਹੈ? 8:30 ਵਜੇ PM, ਸ਼ਾਮ ਦੇ 8:30 ਵਜੇ। ਫਿਲਿਪ ਵੈਂਟ ਟੂ ਬੇਕਰੀ। ਫਿਲਿਪ ਬੇਕਰੀ ਗਿਆ। ਤੁਹਾਨੂੰ ਦੱਸਿਆ ਨਾ ਕਿ ਨਾਈਟ ਡਿਊਟੀ ਲੱਗਦੀ ਹੁੰਦੀ ਹੈ ਫਿਰ, ਜਿਹੜਾ ਬੱਚਾ ਸਵੇਰੇ ਪੜ੍ਹੂਗਾ। There he watched the bakers at work mixing bread and making pies। ਜਾਂਦੇ ਹੀ ਉਹ ਧਿਆਨ ਨਾਲ ਦੇਖਣ ਲੱਗ ਗਿਆ ਕਿ ਬੇਕਰਸ ਕਿਵੇਂ ਬ੍ਰੈਡਸ ਬਣਾ ਰਹੇ ਨੇ, ਕਿਵੇਂ ਪਾਈਜ਼, ਕਿਵੇਂ ਬਿਸਕਿਟਸ ਬਣਾ ਰਹੇ ਨੇ। Everything he saw was very interesting to him। ਹੁਣ 11 ਸਾਲ ਦੇ ਬੱਚੇ ਜਦੋਂ ਇਸ ਤਰੀਕੇ ਨਾਲ ਪਹਿਲੀ ਵਾਰੀ ਉਸ ਫੈਕਟਰੀ 'ਚ ਕੰਮ ਦੇਖੂਗਾ, ਇਹ ਸਾਰਾ ਕੁਝ ਉਸਨੂੰ ਬੜਾ ਦਿਲਚਸਪ ਲੱਗਿਆ, ਇੰਟਰਸਟਿੰਗ ਲੱਗਿਆ। The baker's amount of his bread was not being made। The bakers impressed Philip with their speed and skill। ਕਿਹੜੀ ਚੀਜ਼ ਤੋਂ ਇੰਪ੍ਰੈਸ ਹੋ ਰਿਹਾ ਸੀ? ਕਿ ਬੇਕਰ ਕਿੰਨੀ ਤੇਜ਼ੀ ਨਾਲ ਬ੍ਰੈਡਸ ਬਣਾ ਰਹੇ ਨੇ, ਕਿੰਨੀ ਮੁਹਾਰਤ ਇਹਨਾਂ ਨੂੰ ਹਾਸਿਲ ਹੈ। He was amazed at the amount of bread that was being made। ਉਹ ਹੈਰਾਨ ਹੋ ਰਿਹਾ ਸੀ ਕਿ ਕਿੰਨੀ ਤਾਦਾਦ ਦੇ ਵਿੱਚ ਬ੍ਰੈਡ ਬਣਾਈ ਜਾ ਰਹੀ ਹੈ। Later he grew tired। ਹੌਲੀ ਹੌਲੀ ਉਹ ਥੱਕ ਗਿਆ। And slept while his bread was baking।
ਸੋ ਗਿਆ, ਉਹਨੂੰ ਨੀਂਦ ਆ ਗਈ ਜਦੋਂ ਕਿ ਉਹਦੀ ਬ੍ਰੈਡ ਸੀ ਜਿਹੜੀ ਉਹ ਬੇਕਿੰਗ ਲਈ ਰੱਖੀ ਹੋਈ ਸੀ। ਤਾਂ ਬ੍ਰੈਡ ਇਹਦਾ ਮਤਲਬ ਖਰਾਬ ਹੀ ਹੋਈ ਹੋਊਗੀ। Very early the next morning, Philip helped load with big weary bellon.